ਮੈਨੂੰ ਇੰਟਰਸਟ ਹੋਇਆ ਕਿ ਇਹ ਇੱਕ ਚੀਜ਼ ਇੱਕ ਇਹੋ ਜਿਹਾ ਅੰਦੋਲਨ ਹੋਏਗਾ ਜਿਹੜਾ ਪੋਲੀਟੀਕਲ ਸਿਸਟਮ ਨੂੰ ਚੇਂਜ ਕਰੇਗਾ। ਤੇ ਔਰਤਾਂ ਤਾਂ ਸ਼ੁਰੂ ਤੋਂ ਹੀ ਨਾਲ ਨੇ ਜੀ, ਯੂਥ ਦੇ ਨਾਲ ਜੇ ਨਾ ਮੈਂ ਅੱਜ ਖੜੀ ਤਾਂ ਫਿਰ ਕੋਈ ਗੱਲ ਤਾਂ ਹੈ ਨਹੀਂ ਨਾ। ਇੱਕ ਇਨਸਾਨੀਅਤ ਇੱਕ ਇਹੋ ਜਿਹਾ ਧਰਮ ਹੈ ਜਿਹਨੂੰ ਤਵੱਜੋ ਮਿਲਣੀ ਚਾਹੀਦੀ ਹੈ ਤੇ ਉਹ ਸਾਰੇ ਆਪਾਂ ਕਰ ਰਹੇ ਹਾਂ। ਜਿਹੜੀਆਂ ਆਪਣੀਆਂ ਪਿੰਡਾਂ ਤੋਂ ਬੀਬੀਆਂ ਨੇ ਉਹ ਤਾਂ ਮੈਂ ਤਾਂ ਕਹੂੰਗੀ ਕਿ ਉਹ ਤਾਂ ਜਾਦੂ ਦੀਆਂ ਪੁੜੀਆਂ ਨੇ, ਜਿਹਨੂੰ ਕਹੋ ਨਾ ਨੂਰ ਇਲਾਹੀ ਵਰਸ ਰਿਹਾ, ਉਹ ਹਰਿਆਣਿਆਂ ਦੀ ਬੀਬੀਆਂ 'ਚ ਵਰਸ ਰਿਹਾ। ਸਿਰਜਣ ਤੋਂ ਅੰਦੋਲਨ ਦੇ ਅੱਗੇ ਵਧਣ ਤੋਂ ਇਹੋ ਜਿਹੇ ਪੜਾਵਾਂ 'ਚੋਂ ਵੱਧਦਾ ਜਾਇਆ, ਹੁਣ ਜਿੱਤ ਦੀ ਤਰਫ ਬਸ ਵੱਧ ਰਿਹਾ। ਹੋਰ 15-20 ਦਿਨਾਂ ਦੀ ਗੱਲ ਹੋਏਗੀ। ਇੱਕਦਮ ਉੱਠ ਕੇ ਭਾਵੁਕ ਹੋ ਕੇ, ਚਾਹੇ ਉਹ ਰਿਲੀਜਨ ਦਾ ਮਸਲਾ ਹੈ, ਚਾਹੇ ਕਿਸੇ ਗੱਠਜੋੜ ਦਾ ਮਸਲਾ ਹੈ, ਚਾਹੇ ਕਿਸੇ ਪੋਲੀਟੀਕਲ ਮਸਲਾ ਹੈ, ਉਹਦੇ ਵਿੱਚ ਉੱਠ ਕੇ ਨਾ ਜਾਇਓ ਕਿਉਂਕਿ ਤੁਸੀਂ ਵਰਤੇ ਜਾਓਗੇ। ਸਿਰਫ ਇਸ ਮੁਲਕ ਦਾ ਜਿਹੜਾ ਪੋਲੀਟੀਕਲ ਸਿਸਟਮ, ਬਿਊਰੋਕ੍ਰੈਟਿਕ ਸਿਸਟਮ, ਦ ਇੰਟਾਇਰ ਸਿਸਟਮ ਜਿਹੜਾ ਹੈ ਉਹਦੇ ਬਦਲਣ ਲਈ ਆ ਅੰਦੋਲਨ ਹੈ ਨਾ, ਇਹ ਜਿਵੇਂ ਕਹਿੰਦੋ ਕਿ ਨਾ ਸਫਾਈ ਕਰ ਜੂਗਾ। ਮੇਰੀ ਦੁਆ ਵਿੱਚ ਵੀ ਕਿਸਾਨ ਅੰਦੋਲਨ ਲਈ ਦੁਆ ਉੱਠਦੀ ਹੈ, ਦੋਨੇ ਹੱਥਾਂ ਨਾਲ ਉੱਠਦੀ ਹੈ। ਕਹਿੰਦੇ ਨੇ ਦਸਮ ਪਿਤਾ ਦਾ ਹੱਥ ਹੈ ਇਹ ਅੰਦੋਲਨ, ਬੜੀ ਰੂਹਾਨੀਅਤ ਨਾਲ ਚੱਲ ਰਿਹਾ। ਇਹਨੂੰ ਰੂਹਾਨੀਅਤ ਦੀ ਨਿਗਾਹ ਨਾਲ ਦੇਖੋ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ ਦੋਸਤੋ। ਮੈਂ ਜਿੰਦੀ ਮਰਜਾਣੀ ਤੇ ਤੁਸੀਂ ਦੇਖ ਰਹੇ ਹੋ ਵੌਇਸ ਆਫ ਪੰਜਾਬ। ਤੇ ਅੱਜ ਲੈ ਕੇ ਹਾਜ਼ਰ ਹੋ ਗਈ ਹਾਂ ਲੇਡੀਜ਼ ਔਨ ਰਾਈਜ਼। ਤੇ ਦੋਸਤੋ ਲੇਡੀਜ਼ ਔਨ ਰਾਈਜ਼ ਦੇ ਵਿੱਚ ਅਸੀਂ ਉਹਨਾਂ ਲੇਡੀਜ਼ ਨੂੰ ਤੁਹਾਡੇ ਰੂਬਰੂ ਕਰਾਈਦਾ ਆ ਜੋ ਸਮਾਜ ਵਾਸਤੇ ਕੁਛ ਨਾ ਕੁਛ ਦੇਣ ਦੇ ਰਹੀਆਂ ਹੁੰਦੀਆਂ, ਆਪਣੇ ਦਮ ਤੇ ਕੁਛ ਨਾ ਕੁਛ ਕਰਦੀਆਂ ਆ। ਤੇ ਅੱਜ ਜਿਹੜੀ ਸ਼ਖਸੀਅਤ ਮੇਰੇ ਨਾਲ ਵਿਰਾਜਮਾਨ ਆ ਤੇ ਬਹੁਤ ਹੀ ਵੱਡਾ ਸਮਾਜ ਨੂੰ ਯੋਗਦਾਨ ਇਹਨਾਂ ਦਾ ਆ। ਤੇ ਪਿੱਛੇ ਜਿਹੜਾ ਤੰਬੂ ਆ ਜਾਂ ਪਿੱਛੇ ਸਾਈਨ ਕਿਸਾਨੀ ਮਜ਼ਦੂਰ ਏਕਤਾ ਜਿੰਦਾਬਾਦ ਦਾ, ਤੇ ਦੱਸਦੇ ਚੱਲੀਏ ਦੋਸਤੋ ਸਾਡੀ ਭੈਣ ਦੇ ਹੱਥ ਦੇ ਵਿੱਚ ਖੁੰਡਾ ਆ। ਤੇ ਇਹਨਾਂ ਨੂੰ ਖੁੰਡੇ ਵਾਲੀ ਬੀਬੀ ਦੇ ਨਾਂ ਤੋਂ ਵੀ ਆਪਾਂ ਸਾਰੇ ਜਾਣਦੇ ਆ ਤੇ ਕਰਦੇ ਆ ਉਹਨਾਂ ਦਾ ਨਿੱਘਾ ਸਵਾਗਤ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਭੈਣ ਜੀ ਤੁਹਾਡੇ ਹੱਥ ਦੇ ਵਿੱਚ ਖੁੰਡਾ ਵੀ ਫੜਿਆ ਆ। ਨੋਰਮਲੀ ਜਿੱਦਾਂ ਖੁੰਡੇ ਜਿਹੜੇ ਹੈਗੇ ਆ ਮਰਦੀ ਆਪਣੇ ਪੰਜਾਬੀਆਂ ਦੇ ਵਿੱਚ ਫੜਦੇ ਹੁੰਦੇ, ਬਟ ਤੁਹਾਡੇ ਵੀ ਬਹੁਤ ਹੀ ਖੂਬਸੂਰਤ ਲੱਗਦਾ। ਕਿਸਾਨੀ ਅੰਦੋਲਨ ਦੇ ਵਿੱਚ ਹਰ ਇੱਕ ਸ਼ਖਸੀਅਤ ਨੇ ਆਪਣਾ ਯੋਗਦਾਨ ਪਾਇਆ ਆ ਤੇ ਤੁਸੀਂ ਵੀ ਪਾ ਰਹੇ ਹੋ। ਇੰਨੀ ਧੁੱਪ ਦੇ ਵਿੱਚ ਤਪੱਸਿਆ ਜਿਹੜੀ ਕਰ ਰਹੇ ਆ ਅੱਜ ਦੇ ਦਿਨ ਵੀ। ਕਿਸਾਨੀ ਅੰਦੋਲਨ ਤੋਂ ਕਦੋਂ ਕਦੇ ਜੁੜੇ ਹੋ ਤੁਸੀਂ? ਅਸੀਂ ਜੀ ਜਦੋਂ ਕਿਸਾਨੀ ਅੰਦੋਲਨ ਹਲੇ ਆਪਣੇ ਕਿਸਾਨ ਭਵਨ ਤੋਂ ਸ਼ੁਰੂ ਹੋ ਰਿਹਾ ਸੀ, ਉਦੋਂ ਮੈਨੂੰ ਇੰਟਰਸਟ ਹੋਇਆ ਕਿ ਇਹ ਇੱਕ ਚੀਜ਼ ਇੱਕ ਇਹੋ ਜਿਹਾ ਅੰਦੋਲਨ ਹੋਏਗਾ ਜਿਹੜਾ ਪੋਲੀਟੀਕਲ ਸਿਸਟਮ ਨੂੰ ਚੇਂਜ ਕਰੇਗਾ। ਤੇ ਕਿਸਾਨ ਦੇ ਨਾਲ ਜੁੜੀ ਹੋਈ ਕੋਈ ਵੀ ਚੀਜ਼ ਹੋਵੇ, ਅੰਦੋਲਨ ਹੋਵੇ, ਕਿਸਾਨਾਂ ਦੇ ਅੱਗੇ ਵਧਣ ਲਈ ਕੁਝ ਹੋਵੇ, ਤਾਂ ਮੈਨੂੰ ਇਹ ਲੱਗਦਾ ਕਿ ਜਿਹੜਾ ਇੱਕ ਕਿਸਾਨ ਹੈ ਇੱਕ ਬੀਜ ਤੋਂ ਐਡੀ ਵੱਡੀ ਜਾਦੂਗਰੀ ਵਾਲੀ ਕੰਮ ਹੈ ਜੀ, ਇੱਕ ਬੀਜ ਚੋਂ ਫਸਲ ਖੜੀ ਕਰ ਦਿੰਦਾ ਆ। ਤਾਂ ਇਹਨਾਂ ਦੇ ਨਾਲ ਮੈਂ ਸਮਝਿਆ ਆਪਣੇ ਜਿਹੜੀ ਪੱਤੀ ਜਥੇਬੰਦੀਆਂ ਸੀ ਉਹ ਕਿਸਾਨ ਭਵਨ ਵਿੱਚ ਮੀਟਿੰਗਸ ਕਰਦੇ ਹੁੰਦੇ ਸੀ ਤੇ ਬਾਹਰ ਪ੍ਰੈਸ ਹੁੰਦੀ ਸੀ, ਤਾਂ ਮੈਂ ਉਹਨਾਂ ਦੇ ਵਿੱਚ ਵਿਚਰ ਕੇ ਸਾਰਾ ਕੁਝ ਸਮਝਿਆ। ਆਪਣੇ ਫਾਦਰ ਸਾਹਿਬ ਤੋਂ ਪੁੱਛਦੀ ਰਹਿੰਦੀ ਸੀ। ਤੇ ਵੈਸੇ ਸ਼ਹਿਰ ਦੇ ਵਿੱਚ ਤਾਂ ਮੈਂ ਵਿਆਹ ਕੇ ਆਈ ਹਾਂ, ਪਹਿਲਾਂ ਤਾਂ ਕਿਸਾਨਾਂ ਦੇ ਨਾਲ ਮੇਰੇ ਗ੍ਰੈਂਡਫਾਦਰ, ਫਿਰ ਮੇਰੇ ਫਾਦਰ ਸਾਹਿਬ, ਉਹਨਾਂ ਨਾਲ ਇਹ ਸਾਰੀਆਂ ਗੱਲਾਂ ਵਿਚਰਦੇ ਹੀ ਹੁੰਦੇ ਸੀ। ਤੇ ਉਰੇ ਆ ਕੇ ਜਦ ਦੇਖਿਆ ਕਿ ਨਹੀਂ ਨਾ ਇਹ ਅੰਦੋਲਨ ਸ਼ੁਰੂ ਹੋ ਰਿਹਾ, ਸੋ ਫਿਰ ਮੈਂ ਇਹਦੇ ਨਾਲ ਜੁੜੀ ਰਹੀ। ਸਿੰਘੂ ਬਾਰਡਰ ਤੋਂ ਲੈ ਕੇ ਹੁਣ ਮਟਕਾ ਚੌਂਕ ਤੇ ਇੱਥੇ ਆਪਣੇ ਬਾਬਾ ਜੀ, ਮੈਂ ਇਹਨਾਂ ਨੂੰ ਦੇਖਦੀ ਰਹਿੰਦੀ ਸੀ ਸਿੰਘੂ ਬਾਰਡਰ ਤੋਂ ਕਿ ਇੱਥੇ ਨੇ, ਪਰ ਇਹਨਾਂ ਨੂੰ ਜਦੋਂ ਪੁਲਿਸ ਨੇ ਚੱਕ ਲਿਆ ਤਾਂ ਮੈਨੂੰ ਲੱਗਿਆ ਕਿ ਜਦ ਇਹ ਸਿਰਫ ਕਿਸਾਨ ਅੰਦੋਲਨ ਨੂੰ ਸਪੋਰਟ ਕਰ ਰਹੇ ਨੇ, ਕਿਸੇ ਹੋਰ ਉਹਨਾਂ ਨੂੰ ਨਹੀਂ ਸਪੋਰਟ ਕਰਦੇ, ਤਾਂ ਸਾਡਾ ਬਣਦਾ ਹੈ ਇੱਥੇ, ਆਪਣੇ ਬੱਚੇ ਵੀ ਸੀ ਹੈਗੇ ਇੱਥੇ। ਤਾਂ ਮੈਂ ਕਿਹਾ ਯੂਥ ਦੇ ਨਾਲ ਜੇ ਨਾ ਮੈਂ ਅੱਜ ਖੜੀ ਤਾਂ ਫਿਰ ਕੋਈ ਗੱਲ ਤਾਂ ਹੈ ਨਹੀਂ ਨਾ। ਫਿਰ ਮੈਂ ਇਹਨਾਂ ਬਾਬਾ ਜੀ ਕੋਲ ਆ ਕੇ ਹੁਣ 4-5 ਦਿਨ ਲਾਉਂਗੀ। ਤੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਆਪਣੇ ਬਾਰੇ ਨੌਲੇਜ ਦਿਓ ਵੀ ਤੁਸੀਂ, ਤੁਹਾਡਾ ਨਾਮ ਤੇ ਪਹਿਲਾਂ ਕਿੱਥੋਂ ਹੈਗੇ ਆ, ਤਾਂ ਇਹ ਚੀਜ਼ਾਂ ਵੀ ਸਾਨੂੰ ਦੱਸਣੀਆਂ ਜ਼ਰੂਰੀ ਆ ਜੀ। ਮੈਂ ਖੇਤਾਂ ਚੋਂ ਨਿਕਲ ਕੇ ਸ਼ਹਿਰ ਵਿੱਚ ਆ ਗਈ। ਨਵਜੋਤ ਕੌਰ ਮੇਰਾ ਨਾਮ ਹੈ। ਇਸ ਪਹਿਲਾਂ 12 ਸਾਲ ਘਰ ਸੰਭਿਆ, ਫਿਰ
ਸੋਚਿਆ ਕਿ ਚਲੋ ਸਮਾਜ ਨੂੰ ਕੁਝ ਦਈਏ, ਤੇ ਸਮਾਜ ਨੂੰ ਬੱਚਿਆਂ ਦੇ ਥਰੂ ਦੇਣਾ ਸਭ ਤੋਂ ਵੱਡੀ ਮੈਨੂੰ ਗੱਲ ਲੱਗੀ, ਬੱਚਿਆਂ ਦੇ ਨਾਲ ਜੁੜਨਾ। ਫਿਰ ਮੈਂ ਇੱਕ ਸਕੂਲ ਵਿੱਚ, ਆਪਣਾ ਬਹੁਤ ਵੱਡਾ ਸਕੂਲ ਹੈ ਆਪਣਾ, ਸੋਚ ਰੱਖਦਾ ਬੱਚਿਆਂ ਨੂੰ ਅੱਗੇ ਵਧਾਉਣ ਦੀ, ਉਹਨਾਂ ਨਾਲ ਫਿਰ ਮੈਂ ਐਡਮਿਨਿਸਟ੍ਰੇਟਿਵ ਫੈਸਿਲਿਟੇਟਰ ਦੇ ਪਦ ਤੇ ਜੁਆਇਨ ਕੀਤਾ। ਤੇ ਬਸ ਉਦੋਂ ਵੱਡੀ ਸਮਾਜ ਸੇਵਾ ਮੈਨੂੰ ਬੱਚਿਆਂ ਦੇ ਨਾਲ ਜੁੜ ਕੇ ਕੰਮ ਕਰਨ ਦੀ ਕੋਈ ਨਹੀਂ ਲੱਗਦੀ। ਤੇ ਉਹ ਸਕੂਲ ਸਭ ਤੋਂ ਵਧੀਆ ਕਰਦਾ ਹੈ ਉਹਨਾਂ ਦੇ। ਇਹ ਨਹੀਂ ਕਿ ਉਹਨਾਂ ਦੀ ਸਿਰਫ ਅਕੈਡਮਿਕਲੀ ਹੈਲਪ ਕਰਦਾ, ਉਹਨਾਂ ਦੀ ਇਮੋਸ਼ਨਲ, ਜਿਵੇਂ IQ ਤਾਂ ਚਲੋ ਵੱਧ ਹੀ ਜਾਂਦਾ ਆ, EQ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਵਿਦ ਸੋ ਮਚ ਆਫ ਅਵੇਅਰਨੈਸ ਵਧਾਉਣਾ ਇੱਕ ਸਕੂਲ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਤੇ ਫਿਰ ਮੈਂ ਸਕੂਲ ਜੁਆਇਨ ਕਰ ਲਿਆ ਜੀ। ਬਹੁਤ ਵਧੀਆ ਗੱਲ ਕੀਤੀ ਹੈ ਸਾਡੀ ਭੈਣ ਨੇ ਦੋਸਤੋ, ਕਿ ਬੱਚੇ ਜਿਹੜੇ ਹੈਗੇ ਆ ਸਮਾਜ ਦਾ ਆਉਣ ਵਾਲਾ ਭਵਿੱਖ ਹੁੰਦਾ ਆ, ਸਾਡੇ ਪੰਜਾਬ ਦਾ ਆਉਣ ਵਾਲਾ ਭਵਿੱਖ ਆ, ਤੇ ਬੱਚਿਆਂ ਨੂੰ ਜਿੱਦਾਂ ਅਸੀਂ ਮੋਲਡ ਕਰ ਲਈਏ ਉੱਦਾਂ ਹੀ ਉਹ ਮੋਲਡ ਹੋ ਜਾਂਦੇ ਆ। ਤੇ ਜੇ ਸ਼ੁਰੂਆਤੀ ਜਿਹੜੀ ਸਿੱਖਿਆ ਹੈਗੀ ਆ, ਸ਼ੁਰੂਆਤੀ ਉਹਨਾਂ ਦਾ ਆਪਾਂ ਕਹਿ ਲਈਏ ਪਰਵਰਿਸ਼ ਜਿਹੜੀ ਹੈਗੀ ਆ, ਸਹੀ ਢੰਗ ਦੇ ਨਾਲ ਆਪਾਂ ਜੇ ਕਰੀਏ ਤੇ ਅੱਗੇ ਆਉਣ ਵਾਲਾ ਸਮਾਜ ਜਿਹੜਾ ਹੈਗਾ ਉਹ ਵੀ ਉਹ ਚੰਗੀ ਤਰ੍ਹਾਂ ਉਹਦੀ ਸਿਰਜਣਾ ਕਰ ਸਕਦੇ ਆ। ਤੇ ਹੁਣ ਤੁਸੀਂ ਕਿਸਾਨੀ ਸੰਘਰਸ਼ ਦੇ ਵਿੱਚ ਜੁੜੇ ਹੋਏ ਆ। ਇਸ ਸੰਘਰਸ਼ ਦੇ ਵਿੱਚ ਔਰਤਾਂ ਨੇ ਬਹੁਤ ਹੀ ਵੱਧ ਚੜ੍ਹ ਕੇ ਯੋਗਦਾਨ ਪਾਇਆ ਆ, ਭਾਵੇਂ ਕਿਸੇ ਵੀ ਤਰ੍ਹਾਂ, ਚਾਹੇ ਉਹ ਪਿੰਡਾਂ ਦੇ ਵਿੱਚ ਹੈਗੀਆਂ, ਚਾਹੇ ਉਹ ਬਾਰਡਰਸ 'ਤੇ ਜਾ ਕੇ ਬੈਠਦੀਆਂ, ਭਾਵੇਂ ਉਹ ਇਹਨਾਂ ਦੀਆਂ ਆਪਣੀਆਂ ਸ਼ਹਿਰਾਂ ਦੀਆਂ ਸੜਕਾਂ ਦੇ ਉੱਤੇ ਆ। ਇਹ ਅੰਦੋਲਨ ਮੈਨੂੰ ਲੱਗਦਾ ਕਿ ਪਹਿਲੀ ਵਾਰ ਹੋਇਆ ਆ ਆਪਣੇ ਪੰਜਾਬ ਦੇ ਵਿੱਚ, ਸਪੈਸ਼ਲੀ ਜੇ ਗੱਲ ਕਰੀਏ ਤਾਂ, ਕਿ ਆਪਣੀਆਂ ਔਰਤਾਂ ਨੇ ਇੰਨਾ ਵੱਧ ਚੜ੍ਹ ਕੇ ਯੋਗਦਾਨ ਪਾਇਆ। ਕਿਉਂਕਿ ਆਪਣਾ ਵੈਸੇ ਤਾਂ ਇਤਿਹਾਸ ਵਿੱਚ ਹੈਗੀਆਂ ਆਪਣੀਆਂ ਜਿਹੜੀਆਂ ਮਹਾਨ ਬੀਬੀਆਂ ਜਿਨ੍ਹਾਂ ਨੇ ਇੰਨੇ ਸੰਘਰਸ਼ ਕੀਤੇ, ਆਪਣੀਆਂ ਕੁਰਬਾਨੀਆਂ ਦਿੱਤੀਆਂ, ਬਟ ਰੀਸੈਂਟਲੀ ਜਿਹੜੇ ਈਅਰ ਸੀਗੇ ਤਾਂ ਆਪਣੀਆਂ ਔਰਤਾਂ ਥੋੜ੍ਹਾ ਕੁ ਆਪਣੇ ਆਪ ਨੂੰ ਪਿੱਛੇ ਰੱਖਦੀਆਂ ਸੀ ਕੁਝ ਸਮਾਜੀ ਕਾਰਨ ਕਰਕੇ। ਤੇ ਹੁਣ ਜਿਹੜਾ ਆਹ ਅੰਦੋਲਨ ਹੈਗਾ, ਕਿਸਾਨੀ ਅੰਦੋਲਨ, ਇਹਦੇ ਵਿੱਚ ਦੇਖ ਕੇ ਤਾਂ ਇਹ ਲੱਗਦਾ ਕਿ ਔਰਤਾਂ ਜਿਹੜੀਆਂ ਹੈਗੀਆਂ ਮਰਦਾਂ ਦੇ ਨਾਲੋਂ ਵੀ ਇੱਕ ਉੱਭਰ ਕੇ ਇਸ ਸੰਘਰਸ਼ ਦੇ ਵਿੱਚ ਆਈਆਂ। ਕਿੱਦਾਂ ਦੀਆਂ ਔਰਤਾਂ ਦੇ ਨਾਲ ਤੁਹਾਡਾ ਜਿੱਦਾਂ ਵਿਚਰਨ ਹੋਇਆ ਆ, ਤੇ ਕਿਉਂਕਿ ਹਰ ਇੱਕ ਤਰ੍ਹਾਂ ਦੀਆਂ ਸ਼ਖਸੀਅਤਾਂ ਆਉਂਦੀਆਂ ਆ, ਤੇ ਤੁਹਾਡੇ ਨਾਲ ਕਿੰਨੀਆਂ ਕੁ ਭੈਣਾਂ ਜੁੜੀਆਂ ਆ? ਜੀ, ਜਿਹੜੀ ਤੁਸੀਂ ਗੱਲ ਕਹੀ ਕਿ ਔਰਤਾਂ ਮਰਦਾਂ ਦੇ ਨਾਲ ਪਹਿਲੀ ਵਾਰੀ ਅੰਦੋਲਨ ਵਿੱਚ ਖੜੀਆਂ ਹੋਈਆਂ, ਔਰਤਾਂ ਦਾ ਮੈਂ ਕਹੂੰਗੀ ਜੀ, ਉਹ ਘਰ ਸਾਂਭਦੀਆਂ ਨੇ ਤਾਂ ਹੀ ਮਰਦ ਬਾਹਰ ਜਾ ਕੇ ਕੰਮ ਖੁਸ਼ਹਾਲੀ ਨਾਲ ਕਰ ਸਕਦੇ। ਔਰਤਾਂ ਤਾਂ ਮੁੱਢ ਤੋਂ ਜੁੜੀਆਂ ਆਈਆਂ ਨੇ, ਜਦ ਦਾ ਇਹ ਸਮਾਜ, ਜਦ ਹੀ ਇਨਸਾਨ ਦੀ ਕੀ ਕਹਿੰਦੇ ਨੇ, ਐਵੋਲਿਊਸ਼ਨ ਹੋ ਕੇ ਜਦੋਂ ਕਿਸਾਨ ਆਪਣਾ ਇਨਸਾਨ ਬਣਿਆ ਹੀ ਹੈ, ਉਦੋਂ ਤੋਂ ਇਹ ਔਰਤਾਂ ਤਾਂ ਨਾਲ ਹੀ ਨੇ ਜੀ। ਤਾਂ ਹੀ ਜੇ ਔਰਤ ਪਹਿਲਾਂ ਹੀ ਨਾ ਹੁੰਦੀ ਤਾਂ ਬੱਚੇ ਪਹਿਲਾਂ ਹੀ ਨਹੀਂ ਸੀ ਹੋਣੇ। ਇਹ ਜਿਹੜਾ ਡਿਬੇਟ ਹੈ ਇਹ ਡਿਬੇਟੇਬਲ ਹੋ ਜਾਂਦਾ, ਬਟ ਔਰਤਾਂ ਤਾਂ ਸ਼ੁਰੂ ਤੋਂ ਹੀ ਨਾਲ ਨੇ ਜੀ। ਹੁਣ ਇਸ ਲਈ ਅੱਗੇ ਆ ਗਈਆਂ ਨੇ ਬਿਕੋਜ਼ ਹੁਣ ਜਿਹੜਾ ਜ਼ਿਆਦਾ ਚੱਲਦਾ ਆ ਕਿ ਔਰਤਾਂ ਕਿੱਥੇ ਨੇ, ਤਾਂ ਬਾਹਰ ਆ ਕੇ ਘਰ ਵੀ ਸਾਂਭਦੀਆਂ ਨੇ, ਬਾਹਰ ਆ ਕੇ ਆਪਣੇ ਟਾਈਮ 'ਤੇ ਉਹ ਵੀ ਅੰਦੋਲਨ ਵੀ ਸਾਂਭ ਰਹੀਆਂ ਨੇ। ਇਹਦੇ 'ਚ ਬੜੀਆਂ ਸ਼ਖਸੀਅਤਾਂ ਨੂੰ ਮਿਲੇ ਆ ਜੀ, ਪੜ੍ਹੀਆਂ ਲਿਖੀਆਂ ਵੀ ਨੇ, ਜਿਹੜੇ ਬਹੁਤ ਹੀ ਖੁੱਲ੍ਹੇ, ਇੱਕ ਆਪਣੇ ਡਾਕਟਰ ਇੰਦਰਾ ਨੇ ਜੀ ਦਿੱਲੀ ਤੋਂ, ਉਹਨਾਂ ਦੇ ਇੰਨੇ ਖੁੱਲ੍ਹੇ ਵਿਚਾਰ ਨੇ, ਹਿੰਦੂ ਸਮਾਜ ਦੇ ਉਹ ਕੋਈ ਹੈੱਡ ਨੇ, ਇੰਨਾ ਅੱਛਾ ਉਹਨਾਂ ਤੋਂ ਸਿੱਖਣ ਨੂੰ ਮਿਲਿਆ ਆ ਕਿ ਕੋਈ ਧਰਮ, ਕੋਈ ਨੂੰ ਜ਼ਿਆਦਾ ਤਵੱਜੋ ਨਹੀਂ ਦੇਣੀ ਚਾਹੀਦੀ। ਇੱਕ ਇਨਸਾਨੀਅਤ, ਇੱਕ ਇਹੋ ਜਿਹਾ ਧਰਮ ਹੈ ਜਿਹਨੂੰ ਤਵੱਜੋ ਮਿਲਣੀ ਚਾਹੀਦੀ ਹੈ, ਅਤੇ ਉਹ ਸਾਰੇ ਆਪਾਂ ਕਰ ਰਹੇ ਹਾਂ। ਅਤੇ ਬਾਕੀ ਜਿਹੜੀਆਂ ਆਪਣੀਆਂ ਪਿੰਡਾਂ ਤੋਂ ਬੀਬੀਆਂ ਨੇ, ਉਹ ਤਾਂ ਮੈਂ ਤਾਂ ਕਹੂੰਗੀ ਕਿ ਉਹ ਤਾਂ ਜਾਦੂ ਦੀਆਂ ਪੁੜੀਆਂ ਨੇ। ਇੰਨਾ ਤਾਕਤ ਹੈ ਉਹਨਾਂ ਦੇ ਮਨ 'ਚ, ਉਹਨਾਂ ਦੇ ਗੱਲ ਕਰਨ 'ਚ, ਕਿਤੇ ਕੋਈ ਉਹਨਾਂ ਨੇ ਕੋਈ ਗਲਤ ਗੱਲ ਨਹੀਂ ਕਰਨੀ। ਜਦ ਗੱਲ ਕਰਨੀ ਹੈ ਉਦੋਂ ਪੀਸ ਦੀ ਗੱਲ ਕਰਨੀ ਹੈ, ਜਦ ਗੱਲ ਕਰਨੀ ਉਹਨਾਂ ਨੇ ਜੁੜਨ ਦੀ ਗੱਲ ਕਰਨੀ ਹੈ, ਚਾਹੇ ਉਹ ਕਿਸੇ ਵੀ ਸਮਾਜ ਦੀਆਂ ਨੇ। ਪਰ ਮੈਨੂੰ ਹਰਿਆਣਾ ਦੀਆਂ ਲੇਡੀਜ਼ ਨੂੰ ਮਿਲਣ ਦਾ ਬਹੁਤ ਵੱਡਾ, ਮੇਰਾ ਮੈਂ ਕਹੂੰਗੀ ਲੱਕ ਸੀ ਅੰਦੋਲਨ ਵਿੱਚ ਮਿਲਣ ਦਾ। ਉਹਨਾਂ ਤੋਂ ਮਜ਼ਬੂਤ, ਉਹਨਾਂ ਤੋਂ ਤਕੜੀਆਂ ਸ਼ਖਸੀਅਤਾਂ ਮੈਂ ਨਹੀਂ ਦੇਖੀਆਂ ਜੀ। ਹਰਿਆਣਾ ਦੀ ਬੀਬੀਆਂ ਦੀ ਬੜੀਆਂ ਹੀ ਮਤਲਬ ਬਾਕਮਾਲ ਜੀ, ਮਤਲਬ ਕਿ ਜਿਹਨੂੰ ਕਹੋ ਨਾ ਨੂਰ ਇਲਾਹੀ ਵਰਸ ਰਿਹਾ, ਉਹ ਹਰਿਆਣੇ ਦੀ ਬੀਬੀਆਂ 'ਚ ਵਰਸ ਰਿਹਾ। ਬਿਲਕੁਲ ਤੁਸੀਂ ਗੱਲ ਕੀਤੀ ਹੈ ਕਿ ਹਰਿਆਣੇ ਦੇ ਬੀਬੀਆਂ ਦੇ ਵਿੱਚ ਇੱਕ ਜਿਹੜਾ ਜੋਸ਼ ਹੈਗਾ, ਇੱਕ ਪਾਵਰ ਜਿਹੜੀ ਉਹਨਾਂ ਦੇ ਹੈਗੀ ਆ, ਇੱਕ ਆਪਾਂ ਕਹਿ ਲਈਏ, ਕਿਉਂਕਿ ਅਸੀਂ ਵੀ ਹੁਣ ਜਦੋਂ ਕਵਰ ਕਰਦੇ ਰਹੇ ਹਾਂ 2 ਮਹੀਨੇ, ਅਸੀਂ ਵੀ ਉੱਥੇ ਬੈਠੇ ਰਹੇ ਹਾਂ ਸਭ ਦੇ ਨਾਲ।
ਪੰਜਾਬ ਦੇ ਨਾਲੋਂ ਮੈਂ ਕਹਿੰਦੀ ਆ ਕਿ ਹਰਿਆਣੇ ਦੀਆਂ ਬੀਬੀਆਂ ਬਿਲਕੁਲ ਹੀ ਤੁਸੀਂ ਜਿੱਦਾਂ ਕਿਹਾ ਕਿ ਸੱਚ ਹੈਗਾ ਆ, ਖੇਤੀ ਕਰਨ ਦੇ ਵਿੱਚ ਹਰ ਇੱਕ ਕਰਨ ਦੇ ਵਿੱਚ ਮਰਦਾਂ ਦੇ ਨਾਲੋਂ ਪਹਿਲਾਂ ਆ, ਕਿਉਂਕਿ ਇਹ ਪੰਜਾਬ ਦੇ ਵਿੱਚ ਤਾਂ ਮਰਦ ਖੇਤਾਂ ਵਿੱਚ ਜਾਂਦੇ ਆ, ਬਟ ਹਰਿਆਣੇ ਵਿੱਚ ਦੇਖਣ ਨੂੰ ਮਿਲਦਾ ਕਿ ਔਰਤ ਜਿਹੜੀ ਹੈਗੀ ਆ ਘਰ ਦਾ ਕੰਮ ਵੀ ਕਰਦੀ, ਨਾਲ ਦੇ ਨਾਲ ਜਿਹੜੇ ਹੈਗੇ ਬਾਹਰਲੇ ਖੇਤਾਂ ਦੇ ਕੰਮ ਵੀ ਕਰਦੀਆਂ। ਕਿਉਂਕਿ ਰੀਸੈਂਟਲੀ ਵੀ ਹੁਣ ਅਸੀਂ ਵਿਜ਼ਿਟ ਕੀਤਾ ਆ ਤਾਂ ਝੋਨਾ ਖੁਦ ਲਾ ਰਹੀਆਂ ਆ, ਤੇ ਇਹ ਨਹੀਂ ਹੈਗਾ ਕਿ ਰਲ ਮਿਲ ਕੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਅਸੀਂ ਤਾਂ ਇੱਥੇ ਜਿੱਦਾਂ ਲੇਬਰ ਲੈ ਕੇ ਆਈ ਦੀ, ਬਟ ਉਹ ਖੁਦ ਪਿੰਡਾਂ ਦੇ ਨਾਲ ਲੇਡੀਜ਼ ਜਿਹੜੀਆਂ ਹੈਗੀਆਂ ਝੋਨਾ ਲਾ ਰਹੀਆਂ। ਤੇ ਹੋਰ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਉਸ ਬਾਰਡਰ ਦੇ ਉੱਤੇ ਤੁਹਾਡਾ? ਜਿਵੇਂ ਜੀ ਐਕਸਪੀਰੀਅੰਸ ਹੀ ਤਾਂ ਮੈਂ ਕੱਲ ਕਦੇ ਗਾਣਿਆਂ 'ਚ ਸੁਣੀ ਨਾ ਸੀ, ਨੂਰ ਇਲਾਹੀ ਵਰਸ ਰਿਹਾ, ਉਹੀ ਮੇਰਾ ਐਕਸਪੀਰੀਅੰਸ ਸੀ। ਨੂਰ ਇਲਾਹੀ ਮੈਂ ਪੂਰਾ ਐਕਸਪੀਰੀਅੰਸ ਕੀਤਾ ਆ, ਅੰਦੋਲਨ ਦੇ ਬਣਨ ਤੋਂ, ਅੰਦੋਲਨ ਦੇ ਸਿਰਜਣ ਤੋਂ, ਅੰਦੋਲਨ ਦੇ ਅੱਗੇ ਵਧਣ ਤੋਂ, ਇਹੋ ਜਿਹੇ ਪੜਾਵਾਂ 'ਚੋਂ ਵੱਧਦਾ ਜਾਇਆ। ਹੁਣ ਜਿੱਤ ਦੀ ਤਰਫ ਬਸ ਵੱਧ ਰਿਹਾ। ਹੋਰ 15-20 ਦਿਨਾਂ ਦੀ ਗੱਲ ਹੋਏਗੀ। ਰੀਸੈਂਟਲੀ ਆਪਾਂ ਜਿੱਦਾਂ ਲੋਕਡਾਊਨ ਦੇ ਵਿੱਚੋਂ ਫਿਰ ਲੰਘੇ ਆ, ਆਉਣ ਵਾਲਾ ਸਮਾਂ ਫਿਰ ਨਹੀਂ ਸਾਨੂੰ ਪਤਾ ਹੈਗਾ ਕਿ ਕਿੱਦਾਂ ਦਾ ਹੋਣਾ ਆ। ਲੋਕਡਾਊਨ ਦਾ ਪੀਰੀਅਡ ਜਿਹੜਾ ਆ ਉਹ ਇਸ ਅੰਦੋਲਨ ਲਈ, ਜਿੱਦਾਂ ਹੁਣ ਆਪਣੇ ਬਾਬਾ ਜੀ ਵੀ ਇੱਥੇ ਬੈਠਦੇ ਆ, ਉਹਨਾਂ ਨੂੰ ਵੀ ਠਾਲਿਆ ਜਾ ਰਿਹਾ ਸੀ। ਲੋਕਡਾਊਨ ਦੇ ਪੀਰੀਅਡ ਵਿੱਚ ਕਹਿ ਰਹੇ ਸੀਗੇ ਕਿ ਕਰੋਨਾ ਕਰਕੇ ਜਿੱਦਾਂ ਬਹੁਤ ਜਿੱਦਾਂ ਆਪਾਂ ਕਹਿ ਲਈਏ ਸਰਕਾਰਾਂ ਵੱਲੋਂ, ਪ੍ਰਸ਼ਾਸਨ ਵੱਲੋਂ ਇੱਕ ਪਾਸੇ ਜਿੱਦਾਂ ਆਪਾਂ ਕਹਿ ਲਈਏ ਕਿ ਉਹ ਕਾਨੂੰਨ ਦੇ ਬੱਝੇ ਹੁੰਦੇ ਆ, ਦੂਜੇ ਪਾਸੇ ਜਿਹੜੀ ਕਿਸਾਨੀ ਅੰਦੋਲਨ ਦੇ ਆ ਉਹਨਾਂ ਨੂੰ ਵੀ ਹੁੰਦਾ ਕਿ ਅਸੀਂ ਵੀ ਆਪਣੇ ਇਸ ਸੰਘਰਸ਼ ਨੂੰ ਜਾਰੀ ਰੱਖਣਾ ਆ। ਇਸ ਲੋਕਡਾਊਨ ਦੇ ਦੌਰਾਨ ਦਾ ਜਿਹੜਾ ਐਕਸਪੀਰੀਅੰਸ ਸੀਗਾ, ਭਾਵੇਂ ਇਸ ਮਟਕਾ ਚੌਂਕ ਨੂੰ ਲੈ ਕੇ ਕਹਿ ਲਈਏ, ਚਾਹੇ ਆਪਾਂ ਕਹਿ ਲਈਏ ਕਿ ਜੇਕਰ ਦਿੱਲੀ ਦੀਆਂ ਬਰੂਹਾਂ ਤੇ ਉੱਥੇ ਵੀ ਜਾਣ ਦਾ ਚਾਂਸ ਮਿਲਿਆ ਕਿ ਨਹੀਂ? ਗਏ ਆ ਜੀ ਆਪਾਂ ਦਿੱਲੀ ਦੀਆਂ ਬਰੂਹਾਂ ਵੱਲ, ਆਪਣੇ ਜਿਹੜੇ ਨਿਹੰਗ ਸਿੰਘ ਹੈਗੇ ਆ ਉਹਨਾਂ ਦੇ ਨਾਲ, ਮਤਲਬ ਕਿ ਉਹ ਵੀ ਉੱਥੇ ਵੀ ਆਪਾਂ ਇੰਨਾ ਕੋਈ ਇਕੱਠ ਨਹੀਂ ਸੀ ਜ਼ਿਆਦਾ ਪ੍ਰਮੋਟ ਕਰਦੇ, ਬੜਾ ਆਪਣਾ ਜਿਵੇਂ ਆਪਾਂ ਘਰਾਂ 'ਚ ਰਹੀਦਾ ਉਵੇਂ ਉੱਥੇ ਰਹਿੰਦੇ ਸੀ। ਕੋਈ ਉਹਦੇ 'ਚ ਆਈ ਨਹੀਂ ਸੀ ਵੀ ਇਕੱਠ ਕਰਨਾ ਜ਼ਰੂਰੀ ਹੋ ਜਾਂਦਾ ਸੀ। ਜੇ ਕੋਈ ਕਾਲ ਹੁੰਦੀ ਸੀ ਉਹਦੇ 'ਚ ਵੀ ਧਿਆਨ ਰੱਖੀਦਾ ਸੀ, ਮਾਸਕ ਪਾਉਂਦੇ ਸੀ, ਸਾਰਾ ਕੁਝ ਕਰਦੇ ਸੀ। ਇਹ ਤਾਂ ਚਲੋ ਸਰਕਾਰ ਨੂੰ ਵੀ ਮੰਨਦੇ ਸੀ, ਪਰ ਉਦੋਂ ਉੱਤੇ ਕੁਦਰਤ ਬੈਠੀ ਹੈ ਜਿਹੜੀ, ਖੁੱਲ੍ਹੇ 'ਚ ਬੈਠੇ ਆ ਜੀ। ਉੱਥੇ ਕੀ ਕਰੋਨਾ ਹੋਊਗਾ ਤੇ ਕੀ ਕੋਈ ਇਹੋ ਜਿਹੀ ਕੋਈ ਬਿਮਾਰੀ ਵਿਚਰੂਗੀ? ਜਿਨ੍ਹਾਂ ਦੇ ਦਿਲ ਚੰਗੇ, ਜਿਨ੍ਹਾਂ ਦੇ ਮਨ ਚੰਗੇ, ਉਹਨਾਂ ਨੂੰ ਕੋਈ ਬਿਮਾਰੀ ਪੈ ਵੀ ਕਿਵੇਂ ਸਕਦੀ ਹੈ? ਜੇ ਆਪਾਂ ਇੱਥੇ ਗੱਲ ਕਰੀਏ ਮਟਕਾ ਚੌਕ ਦੀ, ਤੁਸੀਂ ਐਵਰੀ ਡੇ ਹੁੰਦੇ ਆ ਜਾਂ ਕਿੱਦਾਂ ਆ? ਮੈਂ ਜੀ ਜਦ ਦੇ ਬਾਬਾ ਜੀ ਨੂੰ ਪੁਲਿਸ ਪ੍ਰਸ਼ਾਸਨ ਨੇ ਪੁਲਿਸ ਤੋਂ ਆਪਣਾ ਚੁਕਾ ਲਿਆ ਸੀ, ਉਦੋਂ ਬਾਅਦ ਮੈਂ ਸੋਚਿਆ ਮੈਂ ਉਰੇ ਨਹੀਂ ਸੀ ਆਉਂਦੀ। ਮਟਕਾ ਚੌਂਕ ਮੈਂ ਜਦ ਸਿੰਘੂ ਬਾਰਡਰ ਤੋਂ ਆਉਂਦੀ ਸੀ ਤਾਂ ਆਪਣੀ ਕੋਈ ਗੇੜੀ ਲਾ ਲੈਂਦੀ ਸੀ, ਤੇ ਜਦੋਂ ਮੈਂ ਉਰੇ ਆ ਕੇ ਦੇਖਿਆ ਕਿ ਬਾਬਾ ਜੀ ਉੱਧਰ ਚਲੇ ਗਏ, ਫਿਰ ਮੈਂ ਉਹਨਾਂ ਨਾਲ ਬਾਬਾ ਜੀ ਕੋਲ ਆ ਕੇ ਰੋਜ਼ ਹੁਣ ਬੈਠਦੀ ਹਾਂ ਤਾਂ ਕਿ ਕੋਈ ਭੜਕੀਲੀ ਗੱਲ ਨਾ ਹੋ ਜੇ, ਜਿਹਦੇ ਨਾਲ ਪੁਲਿਸ ਪ੍ਰਸ਼ਾਸਨ ਦੇਖੋ ਐਡਮਿਨਿਸਟ੍ਰੇਸ਼ਨ ਵੀ ਚਲਾਉਂਦੀ ਹੈ, ਇਹਨਾਂ ਦੇ ਵੀ ਆਪਣੇ ਕੋਈ ਦਾਇਰੇ ਹੁੰਦੇ ਨੇ ਚਲਾਉਣ ਦੇ, ਤੇ ਬਸ ਉਸ ਕਰਕੇ ਕਿ ਸੁਖ ਸ਼ਾਂਤੀ ਦਾ ਵਰਤਵਾਰਾ ਚੱਲੀ ਜਾਵੇ, ਕਿਉਂਕਿ ਕਈ ਐਲੀਮੈਂਟਸ ਵਿੱਚ ਆ ਜਾਂਦੇ ਨੇ ਜਿਹੜੇ ਗੱਲ ਨੂੰ ਕਿਤੇ ਦੀ ਕਿਤੇ ਹੋਰ ਲੈ ਜਾਂਦੇ ਨੇ। ਬਸ ਉਹਦੇ ਕਰਕੇ ਮੈਂ ਬਾਬਾ ਜੀ ਕੋਲ ਬੈਠੀ ਹਾਂ, ਬੱਚਿਆਂ ਕੋਲ, ਯੂਥ ਕੋਲ ਬੈਠੀ ਹਾਂ, ਜਿਹੜੇ ਇੰਨੇ ਪਿਆਰੇ ਬੱਚੇ ਹੈ ਨਾ, ਮਤਲਬ ਕਿ ਯੂਥ, ਮੈਂ ਆਪਣੇ ਬਜ਼ੁਰਗਾਂ ਨੂੰ ਕਹਿੰਦੀ ਹਾਂ, ਮੈਂ ਕਿਹਾ ਤੁਸੀਂ ਯੂਥ ਆਪਣਾ ਦੇਖਿਆ ਆ ਜਦੋਂ ਦੁਨੀਆ 'ਤੇ ਸੁੱਖ ਵਰਸਦਾ ਸੀ, ਆਹ ਵਾਲਾ ਯੂਥ ਇੰਨੀ ਤਸ਼ੱਦਦ ਤੋਂ ਨਿਕਲ ਰਿਹਾ, ਇੰਨਾ ਐਕਸਪੋਜ਼ਰ ਹੈ, ਇੰਨਾ ਸੋਸ਼ਲ ਮੀਡੀਆ ਆ, ਕੋਈ ਉਹਨਾਂ ਦਾ ਮਨ ਕੱਚੇ ਮਨ ਕਦੇ ਇੱਧਰ ਕਰ ਲੈਂਦਾ, ਕਦੇ ਇੱਧਰ ਕਰ ਲੈਂਦਾ, ਤੇ ਉਹਦੇ ਵਿੱਚ ਮੈਂ ਨਾ ਸੱਚੀ ਕਹਾਂ, ਮੈਂ ਸਿਰਫ ਯੂਥ ਨੂੰ ਬਚਾਉਣ ਲਈ, ਯੂਥ ਦੇ ਮਨ ਨੂੰ ਤਾਂ ਕਿ ਇੱਧਰ ਉੱਧਰ ਭਟਕਣ, ਤਾਂ ਮੈਂ ਅੰਦੋਲਨ 'ਚ ਹੈਗੀ। ਯੂਥ ਦੀ ਆਪਾਂ ਜੇ ਗੱਲ ਕਰੀਏ, ਹੁਣ ਵੀ ਯੂਥ ਇੱਥੇ ਬੈਠੇ ਆ, ਨੌਜਵਾਨ ਸਾਡੇ। ਗੱਲ ਤੁਸੀਂ ਬਹੁਤ ਵਧੀਆ ਕੀਤੀ ਹੈ ਕਿ ਯੂਥ ਜਿਹੜੀ ਹੈਗੀ ਅੱਜ ਕੱਲ੍ਹ ਦੀ ਬਹੁਤ ਸਮਝਦਾਰ ਆ, ਪੜ੍ਹੀ ਲਿਖੀ ਆ, ਤੇ ਪਹਿਲੇ ਜ਼ਮਾਨੇ ਵਾਂਗੂ ਨਹੀਂ ਹੈਗਾ ਕਿ ਹਾਂਜੀ ਜੋ ਬਿਨਾਂ ਸਮਝੇ ਤੋਂ ਆਪਾਂ ਕੰਮ ਕਰ ਲਈਦੇ ਸੀਗੇ। ਬਟ ਅੱਜ ਕੱਲ੍ਹ ਦੀ ਯੂਥ ਜਿਹੜੀ ਹੈਗੀ ਆ ਸਮਝਦਾਰ ਵੀ ਹੈਗੀ ਆ, ਪੜ੍ਹੀ ਲਿਖੀ ਵੀ ਹੈਗੀ ਆ, ਬਟ ਫਿਰ ਵੀ ਕਈ ਵਾਰ ਜਿੱਦਾਂ ਕਹਿੰਦੇ ਹੁੰਦੇ ਆ, ਜਦੋਂ ਕੁਛ ਇੱਦਾਂ ਦਾ ਵਾਪਰਦਾ ਆ ਤਾਂ ਆਪਾਂ ਆਟੋਮੈਟਿਕ ਇਮੋਸ਼ਨਲ ਹੋ ਕੇ ਕਈ ਵਾਰ ਭਾਵੁਕ ਹੋ ਜਾਈਦਾ ਆ, ਤੇ ਕੁਛ ਨਾ ਕੁਛ ਇੱਦਾਂ ਦੇ ਕਦਮ ਵੀ ਚੱਕੇ ਜਾ ਰਹੇ ਆ। ਹੁਣ ਤੁਸੀਂ ਇੱਥੇ ਬੈਠਦੇ ਆ ਤੇ ਕਿੱਦਾਂ ਇਹਨਾਂ ਨੂੰ ਤੁਸੀਂ ਲੀਡ ਕਰਨਾ ਸਿਖਾਲਦੇ ਆ ਜਾਂ ਕੁਛ ਆ, ਜਾਂ ਇੱਦਾਂ ਕੋਈ ਡਿਸਕਸ਼ਨ ਹੁੰਦੀਆਂ ਆ? ਹੁਣ ਦੇਖੋ ਜੀ, ਜਿਹੜੀ ਮੈਂ ਗੱਲ ਕਹੀ ਹੈ, ਮੈਂ ਇਹ ਕਿਹਾ ਆ ਕਿ ਜਿਹੜਾ ਯੂਥ ਹੈ ਅੱਜ ਕੱਲ੍ਹ ਦਾ ਪਲਿਆ ਹੀ ਇੰਨੇ ਐਕਸਪੋਜ਼ਰ ਵਿੱਚ ਹੈ, ਇੰਨਾ ਸੋਸ਼ਲ ਮੀਡੀਆ,
ਪਹਿਲਾਂ ਐਕਸਪੋਜ਼ਰ ਕੀ ਹੁੰਦਾ ਸੀ ਯੂਥ ਦਾ, ਹੈ ਨਾ, ਜਿਵੇਂ ਸਾਡੇ ਬਜ਼ੁਰਗ ਕਹਿ ਦਿੰਦੇ ਅਸੀਂ ਤਾਂ ਕਦੇ ਐ ਨਹੀਂ ਸੀ ਕਰਦੇ। ਤੁਸੀਂ ਕਰਦੇ ਵੀ ਕਿਵੇਂ? ਤੁਹਾਡੀ ਸਿੱਖਿਆ ਸਿਰਫ ਮਾਂ-ਬਾਪ ਦੀ ਸਿੱਖਿਆ ਸੀ ਜਾਂ ਸਕੂਲ ਦੀ। ਅੱਜ ਕੱਲ੍ਹ ਦੇ ਯੂਥ ਦਾ ਇੰਨਾ ਚੈਲੰਜ ਹੈ ਜੀ, ਇਹ ਐਕਸਪੋਜ਼ਡ ਨੇ ਟੂ ਸੋ ਮੱਚ, ਹੈ ਨਾ, ਨਿਊਜ਼ ਚੈਨਲਸ ਨੇ, ਆਪਣਾ ਸੋਸ਼ਲ ਮੀਡੀਆ ਹੈ, ਆਪਣਾ ਫਰੈਂਡ ਸਰਕਲ ਹੈ, ਉਹ ਜਿਹੜਾ ਪਹਿਲਾਂ ਐਕਸਪੋਜ਼ਡ ਹੁੰਦਾ। ਸੋ ਮੈਂ ਇੱਥੇ ਬੈਠ ਕੇ ਯੂਥ ਨੂੰ ਇਹੀ ਕਹਿੰਦੀ ਹਾਂ, ਆਪਣੇ ਦਿਲ ਤੇ ਹੱਥ ਰੱਖ ਕੇ ਸੋਚਿਆ ਕਰੋ, ਆਪਣੇ ਦਿਲ ਤੇ ਹੱਥ ਰੱਖ ਕੇ ਕਿਆ ਕਰੋ, ਆਪਣੇ ਬਜ਼ੁਰਗਾਂ ਨੂੰ ਜਾ ਕੇ ਪੁੱਛਿਆ ਕਰੋ ਆਹ ਚੀਜ਼ ਅੱਜ ਸਾਡੇ ਵਿੱਚ ਗਰੁੱਪ ਵਿੱਚ ਹੋਈ ਹੈ, ਹੁਣ ਅਸੀਂ ਇਹਨੂੰ ਕਿਵੇਂ ਕਰੀਏ। ਠੀਕ ਹੈ ਨਾ, ਇੱਕਦਮ ਉੱਠ ਕੇ ਭਾਵੁਕ ਹੋ ਕੇ, ਚਾਹੇ ਉਹ ਰਿਲੀਜਨ ਦਾ ਮਸਲਾ ਹੈ, ਚਾਹੇ ਕਿਸੇ ਗੱਠਜੋੜ ਦਾ ਮਸਲਾ ਹੈ, ਚਾਹੇ ਕਿਸੇ ਪੋਲੀਟੀਕਲ ਮਸਲਾ ਹੈ, ਉਹਦੇ ਵਿੱਚ ਉੱਠ ਕੇ ਨਾ ਜਾਇਓ, ਕਿਉਂਕਿ ਤੁਸੀਂ ਵਰਤੇ ਜਾਓਗੇ। ਤੇ ਜੇ ਗੱਲ ਆਪਾਂ ਕਰੀਏ ਤੁਹਾਡੀ ਪਰਸਨਲ ਲਾਈਫ ਦੀ, ਹੁਣ ਹੋਰ ਕੀ ਕਰਦੇ ਆ? ਮੈਂ ਤਾਂ ਜੀ ਬਸ ਪਾਠ ਪੂਜਾ, ਆਪਣੇ ਬੱਚਿਆਂ ਦੇ ਨਾਲ ਜੋ ਰੋਜ਼ਾਨਾ ਜ਼ਿੰਦਗੀ ਦੀ ਰੂਟੀਨ ਹੈ ਉਹਨਾਂ ਨੂੰ ਸਿਖਾਉਣਾ, ਪੜ੍ਹਾਉਣਾ, ਉਹਨਾਂ ਨੂੰ ਕਾਮਯਾਬ ਇਨਸਾਨ ਨਾਲੋਂ ਇੱਕ ਚੰਗਾ ਇਨਸਾਨ ਬਣਾਉਣ ਦਾ ਉਹ ਕਰੀਦਾ ਜੀ ਬਸ। ਹੋਰ ਰੂਟੀਨ ਦਾ ਕੀ ਹੈ, ਖੇਤੀ ਵੀ ਦੇਖ ਲਈਦੀ ਹੈ ਪਾਪਾ ਕੋਲ ਜਾ ਕੇ, ਸਾਡੇ ਫਾਦਰ ਸਾਹਿਬ ਉੱਧਰ ਜਿੱਥੇ ਫਾਰਮਸ ਨੇ। ਰੂਟੀਨ ਮੇਰੀ ਹੁਣ ਜੇ ਮੈਨੂੰ ਕੋਈ ਪੁੱਛ ਲੈਂਦਾ ਨਵੀਂ ਤੇਰੀ ਸਵੇਰੇ ਉੱਠ ਕੇ ਕੀ ਰੂਟੀਨ ਹੈ, ਅੱਜ ਕੱਲ੍ਹ ਤੂੰ ਕੀ ਕਰ ਰਹੀ ਹੈ, ਮੈਂ ਕਿ ਮੈਂ ਸਵੇਰੇ ਉੱਠਦੀ ਹਾਂ, ਮੈਂ ਇੱਧਰ ਬਾਬਾ ਜੀ ਕੋਲ ਮਟਕਾ ਚੌਕ 'ਤੇ ਆਉਂਦੀ ਹਾਂ, ਬਾਣੀ ਸੁਣਦੀ ਹਾਂ, ਬਾਬਾ ਜੀ ਦੇ ਵਿਚਾਰ ਸੁਣਦੀ ਹਾਂ। ਜਦ ਮੈਂ ਘਰੇ ਵਾਪਸ ਜਾਂਦੀ ਹਾਂ ਫਿਰ ਮੈਂ ਨਿਊਜ਼ ਚੈਨਲਸ ਔਨ ਕਰਦੀ ਹਾਂ, ਫਿਰ ਮੈਂ ਉਹਨਾਂ ਨੂੰ ਦੇਖਦੀ ਹਾਂ, ਕਿਉਂਕਿ ਪੋਲੀਟੀਕਲ ਆਪਾਂ ਕਹਿੰਦੇ ਨਾ ਪੋਲੀਟਿਕਸ ਤੋਂ ਦੂਰ ਰਹੋ। ਪੋਲੀਟਿਕਸ ਤਾਂ ਆਪਣੇ ਸਾਰਿਆਂ ਦੇ ਵਿੱਚ ਹੀ ਹੈ ਨਾ। ਜੇ ਆਪਾਂ ਇੱਕ ਆਪਣਾ ਸ਼ਹਿਰ 'ਚ ਹੀ ਰਹਿਣਾ, ਉਹਦੇ 'ਚ ਹੀ ਦੇਖੋ ਐਡਮਿਨਿਸਟ੍ਰੇਟਿਵ ਪੋਸਟਸ ਨੇ, ਪੋਲੀਟਿਕਸ ਹੈ, ਤਾਂ ਜਾ ਕੇ ਉਹ ਵੀ ਵਿਚਰਨਾ ਪੈਂਦਾ ਆ ਕਿ ਕਿਹੜੀ ਚੀਜ਼ ਕਿੱਥੇ ਗਲਤ ਸਹੀ, ਤਾਂ ਮੈਂ ਕਹੂੰਗੀ ਕਿਹੜੀ ਚੀਜ਼ ਫਾਇਦਾ ਕਰੂਗੀ ਸੁਸਾਇਟੀ ਨੂੰ, ਉਸ ਨੂੰ ਸਪੋਰਟ ਕਰਾਂਗੇ। ਤੇ ਹੁਣ ਇੰਨੇ ਸਾਲਾਂ ਤੋਂ ਦੇਖਦੇ ਆ ਰਹੇ ਹਾਂ ਪੋਲੀਟੀਕਲ ਵਰਲਡ ਵੀ ਹੁਣ ਐਕਸਪੈਂਡ ਹੋ ਰਿਹਾ। ਅਲੋਟ ਆਫ ਹੁਣ ਮਮਤਾ ਬੈਨਰਜੀ ਦੀ ਗੱਲ ਆ ਰਹੀ ਹੈ ਕਿ ਉਹ ਪੰਜਾਬ ਤੇ ਯੂਪੀ ਤੋਂ ਇਲੈਕਸ਼ਨਸ ਆਪਣੀ ਪਾਰਟੀ ਨੂੰ, ਇਹ ਸਾਰੀਆਂ ਫਿਰ ਮੈਂ ਆ ਕੇ ਫਿਰ ਸਵੇਰੇ ਉਹੀ ਸਵਾਲ ਆਪਣੇ ਮਨ 'ਚ ਲੈ ਕੇ ਬਾਬਾ ਜੀ ਨੂੰ ਕੋਈ ਸਵਾਲ ਪੁੱਛਦੀ ਹਾਂ। ਮੈਂ ਕਹਿੰਦੀ ਹਾਂ ਇਦੋਂ ਰੂਹਾਨੀਅਤ, ਇਦੋਂ ਪੜ੍ਹਾਈ ਲਿਖਾਈ ਕਿਸੇ ਦੇ ਕੰਮ ਨਹੀਂ ਜਿੰਨੀ ਇਸ ਬਾਬਾ ਜੀ ਕੋਲ ਆ ਕੇ ਤੁਸੀਂ ਜਿਹੜੀ ਮਰਜ਼ੀ ਗੱਲ ਪੁੱਛ ਲਓ। ਇਹ ਲੈਣੇ ਦੀ ਤਾਂ ਕਰਦੇ ਨਹੀਂ, ਚੜ੍ਹਦੀ ਦੀ ਕਰਦੇ ਨੇ ਹਮੇਸ਼ਾ ਚੰਗੀ। ਮਤਲਬ ਇੱਕ ਨਾ ਮੈਂ ਇਹ ਕਹੂੰਗੀ ਇਹ ਬਲੈਸਡ ਯੂਥ ਹੈ ਜਿਹੜਾ ਆ ਕੇ ਬਾਬਾ ਜੀ ਨਾਲ ਗੱਲ ਕਰਦਾ। ਲਾਸਟ ਵਿੱਚ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ, ਜਿੱਦਾਂ ਹੁਣ ਲੇਡੀਜ਼ ਜਿਹੜੀਆਂ ਆ ਘਰ ਵਿੱਚ ਬੈਠੀਆਂ ਆ, ਕੁਛ ਰੀਜਨ ਕਰਕੇ ਆਪਾਂ ਕਹਿ ਲਈਏ, ਜਾਂ ਲੜਕੀਆਂ ਜਿਹੜੀਆਂ ਆ ਹਜੇ ਤੱਕ ਵੀ ਨਹੀਂ ਅੰਦੋਲਨ ਦਾ ਹਿੱਸਾ ਬਣੀਆਂ, ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਇਸ ਚੀਜ਼ 'ਚ ਮੈਂ ਕਹੂੰਗੀ ਜੀ ਦੇਖੋ ਘਰ ਵੀ ਸਾਹਮਣੇ ਆ ਲੇਡੀਜ਼ ਨੇ, ਹੈ ਨਾ। ਜੇ ਉਹਨਾਂ ਦੇ ਬੰਦੇ ਬਾਹਰ ਨੇ ਤੇ ਉਹ ਵੀ ਬਾਹਰ ਜਾਣਗੇ ਤਾਂ ਉਹ ਬੰਦਾ ਜਦ ਥੱਕ ਕੇ ਘਰੇ ਆਏਗਾ ਤਾਂ ਉਹਦਾ ਘਰ ਦਾ ਸਿਸਟਮ ਨਾ ਹਿੱਲਿਆ ਹੋਣਾ ਚਾਹੀਦਾ। ਉਸ ਕਰਕੇ ਕਈ ਲੇਡੀਜ਼ ਨੇ, ਕਈ ਲੇਡੀਜ਼ ਆਉਣਾ ਵੀ ਚਾਹੁੰਦੀਆਂ ਨੇ, ਪਰ ਇੱਕ ਸੋਸ਼ਲ ਸਟਰਕਚਰ ਜਿਹੜਾ ਹੈਗਾ ਆ ਇੰਨਾ ਪੋਲੀਟੀਕਲ ਵਰਲਡ ਅੰਦਰ ਘੁਸ ਚੁੱਕਿਆ ਕਿ ਹਰ ਫੈਮਿਲੀ ਸੋਚਦੀ ਹੈ ਕਿ ਸ਼ਾਇਦ ਸੇਫ ਨਾ ਹੋਵੇ ਤਾਂ ਅਸੀਂ ਆਪਣੀ ਯੰਗ ਬੱਚਿਆਂ ਨੂੰ ਨਾ ਭੇਜੀਏ। ਹੁਣ ਜਿਵੇਂ ਮੇਰੇ ਬੇਟੇ ਨੇ ਆਉਣਾ, ਮੈਨੂੰ ਕੋਈ ਫਿਕਰ ਨਹੀਂ ਹੁੰਦਾ, ਮੈਨੂੰ ਹੁੰਦਾ ਆਊਗਾ ਆਪਣਾ ਕੰਮ ਕਰੂਗਾ। ਜਿੱਦਣ ਮੇਰੀ ਬੇਟੀ ਨੇ ਆਉਣਾ, ਮੈਂ ਆਪਣੀ ਬੇਟੀ ਦੇ ਨਾਲ 2 ਬੰਦੇ ਜ਼ਰੂਰ ਰੱਖਦੀ ਹਾਂ ਜਿਹੜੇ ਉਹਦੇ 'ਤੇ ਨਜ਼ਰ ਰੱਖਣਗੇ। ਇੱਕ ਇਸ ਆਪਣੇ ਇਸ ਸਿਸਟਮ ਦੀ ਇੱਕ ਇਹ ਜਿਹੜੀ ਬਾਹਰਲੇ ਸਿਸਟਮਾਂ ਵਿੱਚ ਲੇਡੀਜ਼ ਦੇ ਆਰ ਸੇਫ ਟੂ ਗੋ ਆਊਟਸਾਈਡ, ਦੇ ਆਰ ਸੇਫ ਟੂ say what they want to। ਇੱਥੇ ਜੇ ਇੱਕ ਬੱਚੇ ਨੇ ਬਾਈ ਐਨੀ ਚਾਂਸ ਕਿਸੇ ਇਨਫਲੂਐਂਸ ਨਾਲ ਕੁਝ ਗਲਤ ਗੱਲ ਕਹਿ ਦੀ, ਉਹਦਾ ਆਪਾਂ ਦੇਖਦੇ ਹਾਂ ਮੌਬ ਲਿੰਚਿੰਗ ਕੀ ਹੋ ਜਾਂਦੀ ਹੈ। ਇਹ ਚੀਜ਼ਾਂ ਤੋਂ ਡਰਦੇ ਮਾਂ-ਬਾਪ ਫਿਰ ਗਲਤ ਕੇਸਾਂ ਦੇ ਵਿੱਚ ਨਾ ਫਸ ਜਾਣ ਬੱਚੇ। ਕਈ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੇ ਮਾਂ-ਬਾਪ ਥੋੜ੍ਹਾ ਡਰ ਜਾਂਦੇ ਨੇ, ਨਹੀਂ ਕਰਨਾ ਚਾਹੁੰਦੇ। ਤਾਂ ਉਸੇ ਲਈ ਆ ਜਿਹੜਾ ਅੰਦੋਲਨ ਹੈ ਨਾ ਜੀ, ਇਹ ਮੁਲਕ ਮੈਂ ਕਹਿੰਦੀ ਹਾਂ ਤੁਸੀਂ ਕੋਈ ਮੌਸਮ ਲੈ ਲਓ, ਕੋਈ ਖਾਣ ਪੀਣ ਦਾ ਤੱਤ ਲੈ ਲਓ, ਇੰਨੀ ਫਰੈਸ਼ਨੈਸ ਕੈਨੇਡਾ ਅਮਰੀਕਾ ਤੱਕ ਮੈਂ ਰਹਿ ਆਈ ਹਾਂ, ਇੰਨੀ ਖਾਣੇ 'ਚ ਫਰੈਸ਼ਨੈਸ ਤੇ ਫਲੇਵਰ ਇਸ ਮੁਲਕ ਦੀ ਹੈ। ਸਿਰਫ ਇਸ ਮੁਲਕ ਦਾ ਜਿਹੜਾ ਪੋਲੀਟੀਕਲ ਸਿਸਟਮ, ਬਿਊਰੋਕ੍ਰੈਟਿਕ ਸਿਸਟਮ, ਦ ਇੰਟਾਇਰ ਸਿਸਟਮ ਜਿਹੜਾ ਹੈ ਉਹਦੇ ਬਦਲਣ ਲਈ ਆ ਅੰਦੋਲਨ ਮੇਰੇ ਮਨ 'ਚ ਬਚਪਨ ਤੋਂ ਨਹੀਂ, ਮੈਂ ਕਹੂੰਗੀ ਕਾਲਜ ਤੋਂ ਹੁੰਦਾ ਸੀ ਵੀ ਹਰ ਜਗ੍ਹਾ ਜਿੱਥੇ ਹੱਕ ਸ਼ੱਕ ਲਈ ਖੜਦੇ ਉੱਥੇ ਗੱਲ ਦਬਾ ਦਿੱਤੀ ਜਾਂਦੀ ਹੈ, ਜਾਂ ਉਹਨੂੰ ਰੋਂਗ ਪਲੇ ਰੋਂਗ ਨਹੀਂ ਮੈਂ ਕਹਿੰਦੀ ਕਿਸੇ ਚੀਜ਼ ਨੂੰ, ਉਹਨੂੰ ਦੂਸਰੀ ਡਾਇਰੈਕਸ਼ਨ ਦੇ ਦਿੱਤੀ ਜਾਂਦੀ ਹੈ ਬਾਏ ਦ ਇੰਟਰਫੇਰੈਂਸ ਆਫ ਦ ਪੋਲੀਟੀਕਲ ਸਿਸਟਮ ਵੀ ਹੈਵ। ਉਹ ਚੀਜ਼ ਨੂੰ ਸੈੱਟ ਕਰਨ ਨੂੰ ਹੁਣ ਇਹ ਕਿਸਾਨ ਅੰਦੋਲਨ ਖੜਾ ਹੋਇਆ।
ਤੇ ਮੈਂ ਜੇ ਇਹਦੇ 'ਚ ਨਾ ਖੜੀ ਤਾਂ ਮੇਰੇ ਬਚਪਨ ਤੋਂ ਲੈ ਕੇ ਹੁਣ ਤੱਕ ਦੀ ਜਿਹੜੀ ਮੈਂ ਵਿਸ਼ ਕਰਦੀ ਹੁੰਦੀ ਸੀ ਵੀ ਕੁਝ ਤਾਂ ਇਹੋ ਜਿਹੀ ਚੀਜ਼ ਆਵੇ ਜਿਹੜਾ ਇਹ ਸਿਸਟਮ ਬਦਲ ਦੇ। ਹੁਣ ਕਈ ਇੰਨੇ ਭਲੇ ਲੋਕ ਹੁੰਦੇ ਨੇ ਪੋਲੀਟੀਕਲ ਵਰਲਡ 'ਚ ਵੀ ਜੀ, ਉਹਨਾਂ ਨੂੰ ਮੈਂ ਕਈਆਂ ਨੂੰ ਪੁੱਛ ਲੈਂਦੀ, ਉਹ ਕਹਿੰਦੇ ਜੀ ਕਰਨਾ ਪੈਂਦਾ ਪਾਰਟੀ ਕਰਕੇ। ਉਹ ਚੀਜ਼ ਦਾ ਮੈਨੂੰ ਥੋੜਾ ਜਿਹਾ ਹੁੰਦਾ ਕਿ ਆ ਅੰਦੋਲਨ ਹੈ ਨਾ, ਇਹ ਜਿਵੇਂ ਕਹਿੰਦੋ ਕਿ ਨਾ ਸਫਾਈ ਕਰ ਜੂਗਾ, ਤੇ ਜਿਹੜੇ ਸਫਾਈ ਇਨਸਾਨਾਂ ਦੀ ਨਹੀਂ ਕਰੂਗਾ, ਸਫਾਈ ਉਹ ਖਿਆਲਾਂ ਦੀ ਕਰੂਗਾ ਜਿਹੜੇ ਗਲਤ ਡਾਇਰੈਕਸ਼ਨਸ ਵੱਲ ਜਾ ਚੁੱਕੇ ਨੇ। ਮਤਲਬ ਉਹ ਸਾਰੇ ਖਿਆਲ ਉਹੀ ਬੰਦੇ ਤੁਹਾਨੂੰ ਚੰਗੇ ਕਰਦੇ ਦਿਖਾਵਾਂਗੇ, ਉਹੀ ਬੰਦੇ ਜਿਹੜੇ ਅੱਜ ਨਹੀਂ ਕਰ ਰਹੇ ਨਾ ਸਮਾਜ ਦੇ ਹਿੱਤ ਵਿੱਚ ਸੇਵਾ, ਸਿਰਫ ਆਪਣੇ ਘਰਾਂ ਨੂੰ ਭਰਨ ਦੀ ਸੋਚ ਰੱਖਦੇ ਨੇ। ਉਹਨਾਂ ਦੀ ਸੋਚ ਤੁਸੀਂ ਦੇਖਿਓ, ਇਹੀ ਬੰਦੇ ਦੋਹਾਂ ਹੱਥਾਂ ਨਾਲ ਵੰਡਦੇ ਦਿਖਣਗੇ। ਬਸ ਇਹ ਬਦਲਣਾ ਹੀ ਕਿਸਾਨ ਅੰਦੋਲਨ ਨੇ ਸੀ, ਤੇ ਤਾਂ ਮੈਂ ਇਹਨੂੰ ਇੰਨਾ ਸਪੋਰਟ ਕਰਦੀ ਹਾਂ ਕਿ ਮੈਂ ਕਹਿੰਦੀ ਹਾਂ ਮੇਰਾ ਤਨ ਮਨ ਧਨ ਸਭ ਇਸ 'ਤੇ ਲੱਗਿਆ ਹੋਇਆ। ਮੇਰੀ ਦੁਆ ਵਿੱਚ ਵੀ ਕਿਸਾਨ ਅੰਦੋਲਨ ਲਈ ਦੁਆ ਉੱਠਦੀ ਹੈ, ਦੋਨੇ ਹੱਥਾਂ ਨਾਲ ਉੱਠਦੀ ਹੈ, ਹਰ ਬੱਚੇ ਲਈ ਉੱਠਦੀ ਹੈ, ਹਰ ਬਜ਼ੁਰਗ ਲਈ ਉੱਠਦੀ ਹੈ ਜਿਹੜਾ ਕਿਸਾਨ ਅੰਦੋਲਨ ਨਾਲ ਜੁੜਿਆ, ਕਿ ਇਹ ਰੂਹਾਂ ਦੀ ਕਾਮਯਾਬੀ ਦੀ ਫਤਿਹ ਹੋਵੇ, ਫਤਿਹ 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 ਹੋਵੇ। ਭੈਣ ਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ, ਥੈਂਕ ਯੂ ਸੋ ਮੱਚ। ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਨੂੰ ਅਸੀਂ ਆਪਣੇ ਦਰਸ਼ਕਾਂ ਦੇ ਰੂਬਰੂ ਕਰਾਉਂਦੇ ਰਵਾਂਗੇ। ਥੈਂਕ ਯੂ ਸੋ ਮੱਚ। ਦਰਸ਼ਕਾਂ ਦੇ ਨਾਲ ਜੇਕਰ ਹੁਣ ਜਾਣ ਤੋਂ ਪਹਿਲਾਂ ਮੈਸੇਜ ਕੁਝ ਮੈਂ ਦਰਸ਼ਕਾਂ ਨੂੰ ਇਹ ਕਹੂੰਗੀ ਕਿ ਜਿਹੜਾ ਕਿਸਾਨ ਅੰਦੋਲਨ ਹੈ ਨਾ, ਇਹਨੂੰ ਕਿਸਾਨ ਅੰਦੋਲਨ ਨੂੰ ਹਰ ਰਿਲੀਜਨ ਤੋਂ, ਹਰ ਪੋਲੀਟੀਕਲ ਐਂਗਲ ਤੋਂ ਬਿਲਕੁਲ ਨਾ ਦੇਖਿਆ ਜਾਵੇ। ਬੱਤੇ ਜਥੇਬੰਦੀਆਂ ਨੇ ਜਿਹੜਾ ਉਹਨਾਂ ਨੇ ਬਹੁਤ ਸੋਚ ਸਮਝ ਕੇ ਇਹ ਕੀਤਾ। ਕਈ ਵਾਰੀ ਆਏ ਉਹਨਾਂ ਨੂੰ ਚੀਜ਼ਾਂ ਤੋੜਨ ਲਈ, ਕਈ ਵਾਰੀ ਆਈਆਂ ਜਿੱਥੋਂ ਮੁੜ ਸਕਦੀ ਸੀ ਚੀਜ਼, ਪਰ ਆਪਾਂ ਸਾਰਿਆਂ ਨੇ, ਜਨਤਾ ਨੇ ਸਾਂਭ ਕੇ ਰੱਖਿਆ ਹੋਇਆ ਅੰਦੋਲਨ। ਕੋਈ ਲੀਡਰ ਦਾ ਹੱਥ ਨਹੀਂ ਇਹਦੇ ਵਿੱਚ, ਕਿਸੇ ਵੀ, ਇਹ ਉਤਲੇ ਕਹਿੰਦੇ ਨੇ ਦਸਮ ਪਿਤਾ ਦਾ ਹੱਥ ਹੈ। ਇਹ ਅੰਦੋਲਨ ਬੜੀ ਰੂਹਾਨੀਅਤ ਨਾਲ ਚੱਲ ਰਿਹਾ। ਇਹਨੂੰ ਰੂਹਾਨੀਅਤ ਦੀ ਨਿਗਾਹ ਨਾਲ ਦੇਖੋ ਅੰਦੋਲਨ ਨੂੰ, ਤੇ ਇਸ ਅੰਦੋਲਨ ਦੇ ਪਿੱਛੇ ਖੜੇ ਹੋ। ਆਪਾਂ ਜਨਤਾ ਨੇ ਆਪਣਾ ਮੁਲਕ ਸਵਰਗ ਬਣਾਉਣਾ ਹੈ। ਥੈਂਕ ਯੂ ਸੋ ਮੱਚ ਜੀ। ਹਾਂਜੀ, ਵਨਸ ਅਗੇਨ ਥੈਂਕ ਯੂ। ਤੇ ਦੋਸਤੋ, ਇਹ ਸੀ ਸਾਡੇ ਭੈਣ ਨਵਜੋਤ ਕੌਰ ਜੀ, ਬੀਬੀ ਖੁੰਡੇ ਵਾਲੀ। ਤੇ ਉਮੀਦ ਕਰਦੀ ਹਾਂ ਇਹਨਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਸੀਗੀਆਂ ਭਾਵੇਂ ਕਿਸਾਨੀ ਅੰਦੋਲਨ ਨੂੰ ਲੈ ਕੇ, ਤੇ ਭਾਵੇਂ ਇਹਨਾਂ ਨੇ ਜੋ ਆਪਣੀ ਪਰਸਨਲੀ ਲਾਈਫ ਦੀਆਂ ਆਪਣੇ ਨਾਲ ਸ਼ੇਅਰ ਕੀਤੀਆਂ ਆਈਆਂ ਹੋਣਗੀਆਂ ਪਸੰਦ। ਤੇ ਤੁਸੀਂ ਵੀ ਇਸ ਸੰਘਰਸ਼ ਦਾ ਹਿੱਸਾ ਬਣਨ ਦੀ ਇਹਨਾਂ ਨੇ ਵੀ ਅਪੀਲ ਕੀਤੀ ਆ, ਤੇ ਜ਼ਰੂਰ ਬਣਨਾ ਚਾਹੀਦਾ ਆ। ਤੇ ਦੋਸਤੋ, ਇੱਦਾਂ ਦੀਆਂ ਹੋਰ ਵੀ ਸ਼ਖਸੀਅਤ ਦੇ ਨਾਲ ਕਰਾਵਾਂਗੇ ਤੁਹਾਨੂੰ ਰੂਬਰੂ। ਦੇਖਦੇ ਰਹੋ ਵੌਇਸ ਆਫ ਪੰਜਾਬ। ਲੈਂਦੀ ਹਾਂ ਇਜਾਜ਼ਤ, ਮਿਲਦੇ ਹਾਂ ਕਿਸੇ ਹੋਰ ਸ਼ਖਸੀਅਤ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।